ਉਹ ਜਿਹੜਾ ਅਵਤਾਰ ਨੇ ਤੁਸੀਂ ਦੋਏ ਨਹੀਂ ਸੁਣੇ ਸਮਾਰ ਕੇ, ਪਾਰਸਨਾਥ ਵੀ ਨਹੀਂ ਸੁਣਿਆ ਤੁਸੀਂ, ਉਹ ਜਿਹੜਾ ਰੁਦਰ ਅਵਤਾਰ ਨੇ ਦੋਏ, ਦੋਏ ਅਵਤਾਰ ਨੇ ਰੁਦਰ, ਜਿਹਨਾਂ ਨੇ ਪਲਟਾ ਦਿੱਤਾ ਬਲ ਨੂੰ। ਸਭ ਤੋਂ ਪਹਿਲਾਂ ਗਿਆਨ ਇਹਨਾਂ ਨੂੰ ਹੋਇਆ। ਦੱਤ ਸ਼ਿਵ ਜੀ ਦੱਤ ਦਾ ਅਵਤਾਰ ਹੈ। ਦੱਤਾਤਰੇय, ਦੱਤਾ ਉਹ ਦੱਤ ਨੂੰ ਸਾਰੇ ਹੀ ਮੰਨਦੇ ਜੀ। ਤ੍ਰੈ ਦਾ ਮਤਲਬ ਹੈ ਆ ਜਿਹੜੇ ਨਾ ਵਿਸ਼ਨੂੰ, ਬ੍ਰਹਮ ਔਰ ਸ਼ਿਵ ਤਿੰਨੇ ਦੱਤ ਨੂੰ ਮੰਨਦੇ ਨੇ, ਕਿਉਂਕਿ ਪਹਿਲਾ ਅਵਤਾਰ ਹੈ। ਉਹ ਤੋਂ ਦੱਤ ਤੋਂ ਬਾਅਦ ਤਿੰਨ ਪ੍ਰਣਾਲੀਆਂ ਸ਼ੁਰੂ ਕੀਤੀਆਂ ਨੇ। ਠੀਕ ਹੈ, ਉਹਦੀਆਂ ਤਿੰਨ ਪ੍ਰਣਾਲੀਆਂ ਦੱਤ ਤੋਂ ਬਾਅਦ ਨੇ। ਇਹਨਾਂ ਦਾ ਖਾਤਮਾ ਪਾਰਸਨਾਥ ਨੇ ਕੀਤਾ। ਫਿਰ ਤੁਸੀਂ ਕਿਹੜਾ ਸੁਣੀਆਂ ਨੇ? ਉਹ ਸੁਣੇ ਹੋਏ ਨੇ ਤੁਹਾਡੇ, ਤੁਹਾਡੀ ਬੁੱਧੀ ਉੱਥੇ ਕਿੱਥੇ ਆ? ਇਹ ਗੱਲਾਂ ਸਭ ਕਹੀਆਂ ਹੋਈਆਂ ਮੇਰੀਆਂ ਉੱਥੇ, ਪਰ ਤੁਹਾਡੇ ਉੱਥੇ ਨਵੀਆਂ ਗੱਲਾਂ ਹੈ, ਉੱਥੇ ਲਿਖੀਆਂ ਹੋਈਆਂ ਨੇ ਸਭ ਕੁਛ। ਕਿਵੇਂ ਕਿੱਥੋਂ ਦਾਤੋਂ ਪੈਦਾ ਹੋਇਆ ਬ੍ਰਹਮ ਗਿਆਨ, ਫਿਰ ਕਿਵੇਂ ਖਤਮ ਹੋਇਆ, ਕਿਹਨਾਂ ਨੇ ਕੀਤਾ? ਇਹ ਬ੍ਰਹਮਾ ਵਿਸ਼ਨੂੰ ਸ਼ਿਵ ਨੇ ਕੀਤਾ। ਇੱਥੋਂ ਬਣੇ ਨੇ ਇੱਕ ਤੋਂ ਤਿੰਨ। ਉਹ ਓਂਕਾਰ ਦਾ ਮੰਦਰ ਹੈ, ਉੱਥੇ ਹੀ ਦੱਤ ਦਾ, ਉਹ ਤ੍ਰੈ ਦਾ, ਦੱਤਾਤਰੇय ਦਾ ਮੰਦਰ ਹੈ ਓਂਕਾਰ ਦਾ, ਜਿੱਥੇ ਹੈ ਉੱਥੋਂ ਇੱਕ ਓਂਕਾਰ ਚੱਲਿਆ ਦੱਤ ਤੋਂ ਹੀ। ਉਹ ਦੋਏ ਸ਼ਿਵ ਦੇ ਰੁਦਰ ਅਵਤਾਰ ਨੇ, ਹੋਰ ਕੋਈ ਦੂਆ ਵਿਸ਼ਨੂੰ ਦਾ ਅਵਤਾਰ ਨਹੀਂ ਹੋਇਆ ਇਹ ਜਾ। ਉਹ ਸਿਰਫ ਵੇਦ ਕੱਢ ਕੇ ਲਿਆ, ਲਿਖਿਆ ਹੋਇਆ ਸਮੁੰਦਰ ਚੋਂ, ਇੱਕ ਬੜਾ ਅਵਤਾਰ ਹੈ। ਹੋਰ ਉਹ ਵੀ ਬੜਾ ਵੀ ਇਹਦਾ ਹੀ, ਸ਼ਿਵ ਜੀ ਦਾ ਹੀ ਚੇਲਿਆਂ ਦੇ ਵਿੱਚੋਂ ਆਇਆ ਹੈ। ਦੱਤ ਦੇ ਵਿੱਚੋਂ ਤਾਂ ਤਿੰਨੇ ਨੇ, ਪਰ ਦੱਤ ਵਾਲਾ ਸਰੂਪ ਹੈ ਜਿਹੜਾ, ਉਹ ਸਿਰਫ ਸ਼ਿਵ ਨੇ ਰੱਖਿਆ। ਦੱਤ ਦੇ ਨੇੜੇ ਦਾ ਜਿਹੜਾ ਸੁਭਾਅ ਹੈ ਸਭ ਤੋਂ ਗੁਣ, ਉਹ ਸ਼ਿਵ ਚ। ਇਹ ਜਿਹੜੇ ਉਦੋਂ ਨਰਮ ਰੂਪ ਨੇ, ਵਿਸ਼ਨੂੰ ਹੈ ਖੇਤੀ ਖੂਤੀ ਕਰਨੀ, ਆ ਗਿਆ ਲਾਲਚ ਥੱਲੇ ਡਿੱਪਿਆ, ਤਿਆਗ ਦੋਹਾਂ ਚ ਨਹੀਂ ਰਿਹਾ। ਉਹ ਤਿਆਗ ਜਿਹੜਾ ਹੈ ਉਹ ਦੱਤ ਕੋਲੇ, ਇਹਨਾਂ ਕੋਲ ਹੀ ਹੈ, ਉੱਪਰ ਸ਼ਿਵ ਵਾਲਿਆਂ ਕੋਲ ਹੀ। ਬਾਕੀ ਤਿਆਗ ਛੱਡ ਗਏ, ਬ੍ਰਹਮ ਵੀ ਤਿਆਗ ਛੱਡ ਗਿਆ, ਵਿਸ਼ਨੂੰ ਵੀ ਤਿਆਗ ਛੱਡ ਗਿਆ। ਸੰਸਾਰੀ ਸੁੱਖ, ਅਲਪ ਸੁੱਖ ਜਿਹੜੇ ਨੇ ਉਧਰ ਨੂੰ ਝੁਕ ਗਏ। ਜਿਹੜੇ ਛੱਡਣੇ ਸੀ, ਅਲਪ ਸੁੱਖ ਛਾੜ ਪਰਮ ਸੁੱਖ ਪਾਵਾ। ਜੇ ਅਲਪ ਸੁੱਖ ਦਾ ਤਿਆਗ ਕਰੇਗਾ ਤਾਂ ਪਰਮ ਸੁੱਖ ਮਿਲੂਗਾ, ਨਹੀਂ ਮਿਲਣਾ ਹੀ ਨਹੀਂ। ਇਹਨਾਂ ਨੇ ਪਰਮ ਸੁੱਖ ਦਾ ਤਿਆਗ ਕੀਤਾ ਹੋਇਆ, ਬ੍ਰਹਮਾ ਨੇ ਵੀ ਵਿਸ਼ਨੂੰ ਨੇ ਵੀ। ਉਹ ਕਬੀਰ ਨੇ ਕਹੀਆ ਨਾ, ਕਹਿੰਦੇ ਹਾਂ ਸੁੱਖ ਮੰਗਤ ਦੁੱਖ ਆਗੇ ਆਵੇ। ਜੇ ਸੁੱਖ ਮੰਗ ਲਈਏ ਉਹਦੇ ਬਾਅਦ ਦੁੱਖ ਵੀ ਮਿਲਣ ਦੀ ਸੰਭਾਵਨਾ ਹੈ ਅੱਗੇ। ਜਾਂ ਤਾਂ ਐਸਾ ਸੁੱਖ ਮੰਗੋ ਜਿਹਦੇ ਬਾਅਦ ਦੁੱਖ ਹੋਵੇ ਹੀ ਨਾ। ਜੇ ਦੁੱਖ ਦੀ ਸੰਭਾਵਨਾ, ਤੁਸੀਂ ਥੋੜੀ ਦੇਰ ਦਾ ਕਿਸੇ ਚੀਜ਼ ਦਾ ਸੁੱਖ ਮੰਗੋ, ਐਸਾ ਸੁੱਖ ਮੈਨੂੰ ਨਹੀਂ ਚਾਹੀਦਾ। ਜਿਹਦੇ ਸੁੱਖ ਤੇ ਬਾਅਦ ਦੁੱਖ ਆ ਜਾਵੇ, ਉਹ ਸੁੱਖ ਮੈਂ ਨਹੀਂ ਮੰਗਦਾ। ਜਿਸ ਸੁੱਖ ਤੇ ਸ਼ਿਵ ਬ੍ਰਹਮ ਡਰਾਉਣਾ, ਬ੍ਰਹਮਾ ਵੀ ਡਰਦਾ ਵੈਸੇ ਸੁੱਖ ਤੇ, ਉਹ ਡਰਦਾ ਹੈ, ਉਹ ਸਾਵਧਾਨ ਹੈ ਸੁੱਖ ਤੇ। ਬ੍ਰਹਮ ਗਿਆਨੀ ਵਿਸ਼ਨੂੰ ਜਿਹੜਾ ਸਾਵਧਾਨ ਨਹੀਂ ਹੈ, ਬ੍ਰਹਮ ਗਿਆਨੀ ਸਾਵਧਾਨ ਹੈ ਸੁੱਖ ਤੇ। ਉਹ ਸੁੱਖਾਂ ਦੇ ਵਸ ਨਹੀਂ ਹੁੰਦਾ, ਦੁੱਖਾਂ ਤੋਂ ਘਬਰਾਉਂਦਾ ਨਹੀਂ। ਉਹ ਬੰਦਾ ਦੁੱਖ ਦਾਰੂ, ਸੁੱਖ ਰੋਕ ਪਿਆ। ਬ੍ਰਹਮ ਗਿਆਨੀ ਤਾਂ ਜੇ ਇਹ ਨਹੀਂ ਬੰਦਾ ਬ੍ਰਹਮ ਗਿਆਨੀ ਨਹੀਂ ਹੈ। ਉਹ ਬ੍ਰਹਮ ਗਿਆਨ ਗੁਰਬਾਣੀ ਹੈ, ਬ੍ਰਹਮ ਗਿਆਨੀ ਦੀ ਭਾਸ਼ਾ ਇਹ ਹੋਣੀ ਚਾਹੀਦੀ ਹੈ। ਸਾਡੇ ਘਰ ਦੀ ਭਾਸ਼ਾ ਹੋਣੀ ਚਾਹੀਦੀ ਹੈ, ਸਮਾਜਿਕ ਭਾਸ਼ਾ ਇਹ ਹੈ ਅਸਲ 'ਚ। ਜਿੱਦਣ ਭਾਸ਼ਾ ਇਹ ਹੋ ਗਈ ਉਦੋਂ ਜੇ ਭਾਸ਼ਾ ਇਹੋ ਜਿਹਾ ਸੱਜੂਗਾ, ਹੋਰ ਕੀ। ਭਾਸ਼ਾ ਹੀ ਆਤ ਨਹੀਂ ਦਿੰਦੀ ਸਾਡੀ ਕੁਛ ਕਰਨ ਨੂੰ ਗਲਤ। ਨਹੀਂ ਭਾਸ਼ਾ ਅਵਿਦਿਆ ਹੋ ਗਈ, ਅਵਿਦਿਆ ਹਿਤਕੀਨ। ਵਿਦਿਆ ਛੱਡ ਕੇ, ਬ੍ਰਹਮ ਵਿਦਿਆ ਛੱਡ ਕੇ ਵਿਦਿਆ ਲੈ ਲਈ, ਇਹਨੂੰ ਆਪਣਾ ਹਿਤਕਾਰੀ ਮੰਨ ਲਿਆ ਵੀ ਇਹ ਅਲਪ ਸੁੱਖ ਨੇ।
ਜ਼ਿੰਦਗੀ ਸੌਖੀ ਕੱਟੂ, ਮੁਸ਼ਕਲਾਂ ਤੋਂ ਬਚਾਂਗੇ। ਸਿਆਲ ਦੇ ਮਹੀਨੇ ਆ ਜਿਹੜਾ ਸੇਕ ਕੇ ਕੱਢਦੇ ਆ ਬਾਹਰ, ਵੀ ਪੈਣ ਲੱਗ ਜਾਂਦੇ ਬਾਹਰ, ਤਬਾਹੀ ਪੜਦੇ ਆ। ਇਹ ਤਾਂ ਘਰ ਬਣਾ ਲਓ, ਛੋਟਾ ਮੋਟਾ ਛੱਪਰੇ ਪਾ ਲਓ, ਬਸ ਜਾਂਦਾ 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 ਜਾਂਦਾ। ਕੱਚਾ ਹਰ ਸਾਲ ਲਿਪਣਾ ਪੈਂਦਾ, ਹੁਣ ਪੱਕਾ ਬਣਾਓ। ਪੱਕਾ ਚੰਗਾ ਨਹੀਂ ਲੱਗਦਾ, ਪੱਥਰ ਲਾਓ, ਪਲਾਸਟਰ ਕਰੋ। ਜਦੋਂ 2.5 ਨੂੰ 2.5 ਲਾਈ ਜਾ, ਜਿੰਨੀ ਮਰਜ਼ੀ ਤਹਿਸੀਲ ਮਿਲ ਜਾ, 2.5 ਨੂੰ 2.5 ਲਾਈ ਜਾਣੀ ਹੈ। ਉਹ ਕਹਿੰਦਾ ਇਹ ਨਾਲ ਲੱਗਦਾ ਕੀ ਲੈਣਾ ਬਾਪੂ ਨੂੰ। ਉਹਨੇ ਫੋਨ ਕੀਤਾ, ਉਹ ਸੀ ਮੇਜਰ। ਉਹ ਕਹਿੰਦਾ ਵੀ ਅੱਗੇ ਜ਼ਮੀਨ ਤੇਰੇ ਕੋਲ ਥੋੜੀ ਹੈ। ਉਹ ਕਹਿੰਦਾ ਨਹੀਂ ਨਾਲ ਲੱਗਦਾ। ਕਹਿੰਦਾ ਨਾਲ ਲੱਗਦਾ ਚੰਡੀਗੜ੍ਹ ਪਹੁੰਚ ਜਾਏਗਾ। ਜੇ ਨਾਲ ਲੱਗਦਾ ਲਿਆ ਫਿਰ ਚੰਡੀਗੜ੍ਹ ਚਲੇ ਜਾਏਗਾ। ਤੂੰ ਰਹਿਣ ਦੇ ਓਏ ਨਾਲ। ਉਹ ਆ ਲੈ ਲਿਆ ਗਾਂ ਦਾ ਨਾਲ ਲੱਗ ਗਿਆ। ਆ ਲੈ ਲਿਆ ਇੱਧਰ 2-3 ਹੋਰ ਲੱਗੇ 3 ਪਾਸੇ ਨਾਲ। ਆਪਣੇ ਤਾਂ ਇੱਥੇ ਨਾਲ ਲੱਗਦਾ ਤਾਂ ਆ ਲੈ ਲਿਆ, 3 ਹੋਰ ਨਾਲ ਲੱਗ ਗਏ। ਉਹ ਵੀ ਲੈ। ਉਹ ਕਹਿੰਦੇ ਵੀ ਹੁਣ ਨਾਲ ਲੱਗਦਾ ਲੈਣਾ ਹੀ ਪਊਗਾ। ਉਹ ਕਹਿੰਦਾ ਚੰਡੀਗੜ੍ਹ ਪਹੁੰਚੇਗਾ। ਫਿਰ ਇਸ ਕਰਕੇ ਇਹ ਜਿਹੜਾ ਆਦਮੀ ਚਲਾ ਗਿਆ ਸੋਨੇ ਦੇ ਸੀਤਾ ਹਰਨ, ਉਹ ਜਿਹੜਾ ਸੋਨੇ ਦੇ ਮਿਰਗ ਪਿੱਛੇ ਭੇਜਿਆ ਨਾ ਰਾਮ ਨੂੰ, ਇਹ ਰਾਮ ਸੋਨੇ ਦੇ ਮਿਰਗ ਪਿੱਛੇ ਭੇਜਿਆ ਹੋਇਆ। ਇਹ ਮਿਰਗ ਸੋਨੇ ਦਾ ਫੜ ਲਓ। ਰਾਵਣ ਤਾਂ ਜਾਣਦਾ, ਰਾਵਣ ਵੀ ਗ੍ਰਸਤੀਆ ਪਰ ਫਸਦਾ ਨਹੀਂ ਹੈ। ਉਹ ਨਹੀਂ ਫਸਦਾ, ਉਹ ਨਹੀਂ ਪਰਵਾਹ ਕਰਦੇ। ਉਹ ਇਹ ਦੇਵਤੇ ਜਿਹੜੇ ਨੇ ਉਹ ਕਹਿੰਦੇ ਨੇ ਸੋਨੇ ਦੀ ਲੰਕਾ ਸੀ। ਸੋਨੇ ਦੀ ਕਾਹਨੂੰ ਸੀ ਲੰਕਾ? ਉਹਦੇ ਅੰਦਰ ਇਹ ਸੋਨਾ ਸੀ ਸਾਰਿਆਂ ਦੇ, ਕੰਚਨ ਦੇਹੀ ਸੀ ਸਾਰਿਆਂ ਦੀ। ਬੰਦੇ ਤੇ ਜਿਹੜੀ ਦੇਹੀ ਹੈ ਬਾਹਰਲੀ ਵਿਦੇਹੀ, ਅੰਦਰ ਕੰਚਨ ਦੇਹੀ ਹੈ। ਸਾਰੀ ਲੰਕਾ ਦੇ ਬੰਦੇ ਤੇ ਇਹ ਤਾਂ ਸੋਨੇ ਦੀ ਲੰਕਾ ਸੀ। ਉਹ ਸੋਨੇ ਦੀ ਲੰਕਾ ਸੀਗੀ। ਕੰਚਨ ਦੇਹੀ ਨਹੀਂ ਲਿਵਲਾਵੋ ਤੇ ਸ਼ਰਾਬ ਸੁਨੇਹੀ। ਜੇ ਪ੍ਰਸਾਦ ਸੋਨਾ ਨਹੀਂ ਹੁੰਦਾ। ਸੋਨਾ ਇਹ ਕਹਿੰਦੇ ਨੇ ਹੁੰਦਾ ਹੈ ਜਿਹ ਚ ਕੱਚ ਨਾ ਰਹੇ, ਅੰਦਰੋਂ ਬਾਹਰੋਂ ਇੱਕੋ ਜਿਹਾ ਹੋਵੇ, ਪੱਕਾ ਮਜ਼ਬੂਤ, ਮਨ ਹੋਰ ਚ ਮੁਖ ਹੋਰ ਨਾ ਹੋਵੇ। ਉਹ ਕੰਚਨ ਦੇਹੀ ਹੁੰਦੀ। ਪੱਕੋ ਸੱਚ ਹੋਵੇ ਪੂਰਾ, ਝੂਠ ਨਾ ਹੋਵੇ ਵਿੱਚ। ਹੁਣ ਸੋਨੇ ਨੂੰ ਜੇ ਆਪਾਂ ਕਿਸੇ ਚੀਜ਼ ਨੂੰ ਆਪਾਂ ਧਾਤੂ ਨੂੰ ਜ਼ਿਆਦਾ ਆਪਾਂ ਗਰਮ ਕਰਦੇ, ਮੈਲਟ ਹੁੰਦੀ ਹੈ, ਉਹ ਘਟ ਜਾਂਦੀ। ਲੋਹਾ ਜ਼ਿਆਦਾ ਘਟਦਾ ਸਭ ਤੋਂ, ਹੋਰ ਵੀ ਧਾਤੂ ਘਟਦੀਆਂ ਨੇ। ਸੋਨਾ ਨਹੀਂ ਘਟਦਾ ਜਿੰਨੀ ਵਾਰ ਮਰਜ਼ੀ ਨੂੰ ਪਗੜਾ ਲੈ। ਇਸ ਕਰਕੇ ਇਹਨੂੰ ਕੰਚਨ ਕਹਿੰਦੇ। ਜਾਂ ਟਾਂਕਾ ਲਾਉਂਦੇ ਤਾਂਬੇ ਬਿਨਾਂ ਨਹੀਂ ਲੱਗਦਾ ਸੋਨੇ ਨੂੰ। ਉਹ ਜਿੰਨਾ ਟਾਂਕੇ ਚ ਸੋਨਾ ਲੱਗੇ, ਤਾਂਬਾ ਲੱਗਿਆ ਹੋਇਆ, ਉਹ ਗਰਮ ਹੋ ਜਾ ਤਾਂਬਾ ਬਾਹਰ ਆ ਜਾਣਾ। ਐਂਗਲ ਬਹੁਤ ਨੇ ਆਪਣੇ ਕੋਲ। ਇਹ ਸਾਰੇ ਇਹਨਾਂ ਦੇ ਜਿਹੜੇ ਸ਼ਾਸਤਰ ਨੇ ਬੇਸਡ ਨੇ ਵੈਸੇ ਆਪਣੇ ਉਹਦੇ ਤੇ ਨਾਲ ਅਟੈਚ ਨੇ। ਸਾਡੇ ਵੀ ਤਾਂ ਦ੍ਰੋਪਦੀ ਦੀ ਗੱਲ ਕੀਤੀ, ਪੰਚਾਲੀ ਕਿਹਾ ਉਹਨੂੰ। ਪੰਚਾਲੀ ਦ੍ਰੋਪਦੀ ਨੂੰ ਵੀ ਕਹਿੰਦੇ ਨੇ। ਇਹਦਾ ਨੂੰ ਦ੍ਰੋਪਦੀ ਦਾ ਰੱਖਿਆ ਹੋਇਆ ਬ੍ਰਹਮਗਿਆਨੀਆਂ ਦਾ। ਦ੍ਰੋਪਦੀ ਦਾ ਮਤਲਬ ਹੈ ਜਿਹਦੇ ਪਤੀ ਭੈੜੇ ਹੋਣ, ਭੈੜੇ ਪਤੀਆਂ ਵਾਲੀ। ਜੂਆ ਦਾ ਖੇਡਦੇ ਨੇ, ਜਨਾਨੀ ਹਾਰਤੀ ਭੈੜੇ ਤਾਂ ਹੋਰ ਕੀ ਨੇ। ਉਹਨਾਂ ਨਾਂ ਰੱਖਿਆ ਬ੍ਰਹਮਗਿਆਨੀਆਂ ਨੇ। ਇਹਨਾਂ ਨੂੰ ਨਹੀਂ ਪਤਾ ਕਿਉਂ ਹੈ। ਇਹਨਾਂ ਨੇ ਰੱਖਿਆ ਸੀ ਪੰਚਾਲੀ ਇੱਕ, ਉਹ ਵੀ ਬ੍ਰਹਮਗਿਆਨੀਆਂ ਰੱਖਿਆ ਇਹਨੂੰ ਪੰਚਾਲੀ। ਲੋਕ ਕੀ ਰੱਖੀਏ ਇਹ ਤਾਂ ਡਿਸਾਈਡ ਕੀਤੇ ਨਾ ਸਿਆਣਿਆਂ ਨੇ। ਜਿਹੜਾ ਉਹ ਬਣਾਉਣਾ ਸੀਗਾ ਮਤਲਬ ਮੈਟਰ, ਲਿਖੀਏ ਕਹਾਣੀ, ਉਹ ਲਿਖਾਰੀ ਨੇ ਲਿਖੀ ਹੈ। ਜਿਹੜਾ ਕਵੀ ਕਵਿਤਾ ਜਾਣਦਾ ਸੀ। ਪਾਤਰ डिसाइड हो गए हुए हैं लोग। पंचाली 5 प्रकार ही है की है, 40 जिसकी 2 नो सजेस्ट किए, 2 लिखते हैं उन्होंने। जे गुण लिखोगे उगण नाल लिखो। ਜਿਹੜੀ ਸਾਡੀ ਸੁਰਤ ਹੈ,
ਸਾਡੀ ਬੁੱਧ ਹੈ, ਉਹਦਾ ਨਾਮ ਦ੍ਰੋਪਦੀ ਹੈ। ਇਸ ਵਕਤ ਉਹ ਕਾਮ ਕ੍ਰੋਧ ਲੋਭ ਪੰਜਾਂ ਬਕਾਰਾਂ ਨੂੰ ਪਤੀ ਬਣਾਈ ਬੈਠੀ ਹੈ, ਉਹਨਾਂ ਦੇ ਕਿਹਾ ਬੋਲਦੀ ਹੈ। ਆਹ ਹੈ ਗੱਲ ਦ੍ਰੋਪਦੀ ਦਾ। ਸਾਡੀ ਉਹ ਬੁੱਧ ਦ੍ਰੋਪਦੀ ਹੈ, ਮੇਰੀ ਮੱਤੇ ਦ੍ਰੋਪਦੀ ਹੈ। ਜਿਹੜੀ ਗੁਰੂ ਕੀ ਮੱਤ ਹੈ ਉਹਦੀ ਦ੍ਰੋਪਦੀ, ਸਮਝੇ ਨੀ? ਇਹ ਦੁਹਾਗਣ ਹੈ, ਉਹਦਾ ਨੂੰ ਸੁਹਾਗਣ। ਉਹ ਜਿਹੜਾ ਹੈਗਾ ਰਾਗ ਸੂਹੀ, ਉਹ ਚ 16 ਚੈਪਟਰ ਡਿਸਕਸ ਕੀਤਾ ਹੋਇਆ। ਗੁਰਬਾਣੀ ਚ ਐ ਜੇ ਲੋਕਾਂ ਨੂੰ ਪਤਾ ਵੀ ਕੀ ਹੋਇਆ ਹੈ, ਆਮ ਲੋਕਾਂ ਨੂੰ ਕੀ ਪਤਾ ਕੀ ਹੈ ਗੁਰਬਾਣੀ। ਸਿਸਟਮੈਟਿਕ ਤਰੀਕੇ ਨਾਲ ਸਭ ਕੁਝ ਹੋਇਆ। ਰਾਗ ਕਿਵੇਂ ਪਾਏ ਨੇ, ਕਿਵੇਂ ਸਾਈਡ ਦਿੱਤੀ ਹੈ, ਕਿੱਥੇ ਜਾ ਕੇ ਕਿਹੜੀ ਅਵਸਥਾ ਚ ਰਾਗ ਹੈ, ਸਭ ਪਤਾ। ਇਹ ਤਾਂ ਮੂਰਖ ਨੇ ਸਾਰੇ ਜਿਹੜੇ ਗੱਲਾਂ ਕਰਦੇ ਨੇ, ਪਤਾ ਹੀ ਨਹੀਂ ਕੁਝ। ਤਾਂ ਇਹ ਤਾਂ ਪੂਰਾ ਚੁੱਪ ਕਰਕੇ ਸਾਰੀ ਚੁੱਪ ਨਹੀਂ ਕੀਤਾ, ਬੋਲੇ ਹੋਰ ਕਿਹੜਾ ਬੋਲਦਾ। ਉਹ ਜਿਹਨਾਂ ਨੂੰ ਪਤਾ ਸੀ ਸਾਰੀਆਂ ਗੱਲਾਂ ਦਾ, ਉਹ ਸਾਰੇ ਲੋਕਾਂ ਨੂੰ ਗੁਰੂ ਦੇ ਨਾਲੇ ਆਏ ਨੇ। ਕਿੰਨਾ ਚਿਰ ਹੋ ਗਿਆ ਹੁਣ ਤੁਸੀਂ ਸੁਣ ਲਿਆ, ਮੈਂ ਵੀ ਸੁਣਿਆ ਹੀ ਹੋਇਆ, ਤੁਹਾਨੂੰ ਨਹੀਂ ਪਤਾ ਲੱਗਿਆ। ਉਹ ਇਹ ਤਾਂ ਕੰਨ ਓਦਾਂ ਹੀ ਪਤਾ ਲੱਗਦਾ ਚੱਲਿਆ ਉਹਦਾ ਗੱਲਾਂ ਦਾ, ਅਰਥਾਂ ਦਾ। ਮੋਟੇ ਮੋਟੀਆਂ ਗੱਲਾਂ ਸਾਨੂੰ ਦੱਸੀਆਂ ਉਹਨਾਂ ਨੇ, ਦ੍ਰੋਪਦੀ ਇਹਦੇ ਅਰਥ ਐ ਹੋਣੇ ਚਾਹੀਦੇ ਨੇ। ਉਹ ਗਾਂ ਅਸੀਂ ਹਿਸਾਬ ਲਾ ਲਿਆ ਵੀ ਉਹ ਸੋਧੇ ਸਿਮਰਤ ਵੀ ਇਹ ਤਾਂ ਨਿਰਾਕਾਰੀ ਜਿਹੜੀ ਆਪਾਂ ਗੱਲ ਅਰਥ ਕਰਦੇ, ਇਹ ਤੇ ਬਣਾਇਆ ਹੋਇਆ ਡਾਇਲਾਗ। ਆਹ ਕੋਈ ਔਰਤਾਂ ਬੰਦ ਕੇ ਫਰਜੀ ਅਰਜਨ ਸੀ, ਉਹ ਪੰਜਾਂ ਦੇ ਨਾਂ ਰੱਖ ਲਏ। ਫਿਰ 5 ਪ੍ਰਕਾਰ ਕੀ ਹੈ 40 ਜਿਸ ਉਹ 5 ਗਿਆਨ ਇੰਦਰੇ ਨੇ। ਪੰਜਾਂ ਨਹੀਂ ਚੱਲਦੀ ਸੁਰਤ, ਅੱਖਾਂ ਚ, ਨੱਕ ਚ, ਜੀਭ ਤੇ, ਕੰਨਾਂ ਤੇ, ਬ੍ਰੇਨ ਤੇ, ਚਮੜੀ ਤੇ। ਆ ਬਹਿ ਗਿਆ ਇੱਥੇ ਮੱਛਰ ਲੜ ਗਿਆ, ਇਹਨੂੰ ਸਪਰਸ਼ ਕਹਿੰਦੇ ਨੇ। ਸਪਰਸ਼ ਦਾ ਵੀ ਪਤਾ ਲੱਗਦਾ ਸੁਰਤ ਨਾਲ, ਧਿਆਨ ਨਾਲ। ਸਪਰਸ਼ ਦਾ ਪਤਾ ਹੀ ਲੱਗਦਾ, ਅੱਖਾਂ ਨਾਲ ਪਤਾ ਲੱਗਦਾ, ਦੀਦਾ ਜਦ, ਕੰਨਾਂ ਨਾਲ ਸੁਣਦਾ, ਕੁਛ ਪਤਾ ਲੱਗਦਾ, ਗਿਆਨ ਇੰਦਰੇ ਕਹਿੰਦੇ। ਜੀਭ ਨਾਲ ਰਸ ਖੱਟਾ ਮਿੱਠੇ ਦਾ ਪਤਾ ਲੱਗਦਾ, ਨੱਕ ਨਾਲ ਸੁਗੰਧ ਦੁਰਗੰਧ ਦਾ ਪਤਾ ਲੱਗਦਾ। ਇਹੀ ਨੇ 5। 6ਵਾਂ ਫਿਰ ਉਹ ਹੈ ਮਨੋਵਿਗਿਆਨਿਕ, ਬਈ ਇੱਕ ਦੂਜੇ ਨੂੰ ਸਮਝ ਲੈਣਾ ਦੇਖ ਕੇ ਵੀ ਉਹ ਜਿਹੜਾ ਬੰਦਾ ਟੇਢਾ ਜਾਂਦਾ, ਪੁਲਿਸ ਵਾਲੇ ਕਹਿੰਦੇ ਵੀ ਉਹ ਹੋਊਗਾ ਤਾਂ ਵੀ ਉਹ ਕੋਈ ਚੋਰ ਜਾਂ ਕੋਈ ਅਪਰਾਧੀ ਆਦਮੀ ਹੈ, ਕੁਛ ਹੈ ਤਾਂ ਐਸੀ ਚੀਜ਼ ਹੋਊ। ਸੱਤ ਅੱਖ ਬਚਾ ਕੇ ਗਿਆ, ਉਹਦਾ ਬੰਦੀ ਅਵਸਥਾ ਪਛਾਣਨ ਵਾਲੀ ਗੱਲ ਹੈ। ਉਹ ਦੂਰੋਂ ਉਹੀ ਦਵਾ, ਉਹ ਸਿੱਧੀ ਬੁੱਧੀ ਨਾਲ ਅਕਲ ਦੀ ਖੇਡ ਸਿੱਧੀ। ਉਹ 6ਵਾਂ ਜਜਮੈਂਟ। 6 ਘਰ 6 ਗੁਰ 6 ਉਪਦੇਸ਼ ਨੇ। 5 ਪ੍ਰਕਾਰ ਦੀ ਚਾਲੀ ਹੈ, ਉਹ ਧਿਆਨ ਦੀ ਗੱਲ ਹੈ। ਫਿਰ 540 ਕੋ ਰਾਜ ਸਭਾ। ਰਾਜ ਸਭਾ ਕਿਹੜੀ ਸੀ? ਰਾਜ ਸਭਾ, ਚਲੋ ਰਾਜ ਸਭਾ ਤੋਂ ਕਹਿੰਦੇ ਨੇ, ਉੱਥੇ ਰਾਜ ਸਭਾ ਚ ਬੈਠੀ ਸੀ ਉਹ ਜਦੋਂ ਉਹਦਾ ਬੇਪੜਤ ਕਰਨਾ ਸੀ। ਉੱਥੇ ਵੀ ਕ੍ਰਿਸ਼ਨ ਯਾਦ ਆਇਆ ਉਹਨੂੰ ਜੀ, ਉਹ ਸਾੜੀ ਆ ਗਈ। ਉਹ ਜਿਹੜੀ ਕਹਾਣੀ ਉਸੇ ਦੀ ਗੱਲ ਹੈ ਚਲਦੀ। ਰਾਜ ਸਭਾ ਮੈਂ ਰਾਮ ਨਾਮ ਸੋਧਾ ਹੀ, ਉੱਥੇ ਤਾਂ ਕ੍ਰਿਸ਼ਨ ਨਾਲ ਮਦਦ ਕਰਦਾ ਤਾਂ ਰਾਮ ਨਾਮ ਸੋਧਾ ਹੀ ਲਿਖਿਆ। ਸਾਡੇ ਵਾਲੀ ਮਹਾਂਭਾਰਤ ਤੁਹਾਡੇ ਵਾਲੀ ਮਹਾਂਭਾਰਤ ਕਿਵੇਂ ਇੱਕ ਹੋ ਗਈਆਂ ਬਈ? ਹੁਣ ਰਾਜ ਸਭਾ ਕੀ ਹੋਈ? ਨਾ ਤਾਂ ਤੁਹਾਡੇ ਵਾਲੀ 540 ਆ ਭਾਈ, ਹੈ ਸਾਡੇ ਵਾਲੀ। ਤੁਹਾਡੇ ਵਾਲੀ ਬਾਹਰ ਹੋਊ ਕਿ ਨਹੀਂ ਹੋਊ, ਕਿੱਥੇ ਹੋਊ, ਸੀ ਵੀ ਆ ਨਹੀਂ ਸੀ, ਇਹ ਝਗੜੇ ਚ ਅਸੀਂ ਨਹੀਂ ਪੈਂਦੇ। ਸਾਡੇ ਵਾਲੀ ਹੈਗੀ ਵੀ ਹੈ, ਪਹਿਲਾਂ ਵੀ ਸੀ, ਹੁਣ ਵੀ ਆ, ਗਾਨ ਵੀ ਰਹੂ। ਇਹ ਤਿੰਨਾਂ ਕਾਲਾਂ ਚ ਐਵੇਂ ਚੱਲਦਾ ਜਿਹਦੀ ਅਸੀਂ ਗੱਲ ਕਰਦੇ ਹਾਂ। ਇਹ ਕੱਥ ਕਥਾ ਤਾਂ ਹੈ, ਤਿੰਨੇ ਲੋਕ ਦੀ ਕਥਾ ਤਿੰਨੇ ਯੁੱਗ ਚ ਰਹਿੰਦੀ ਹੈ। ਚੌਥਾ ਯੁੱਗ ਸਤਯੁਗ, ਉੱਥੇ ਕਥਾ ਕੋਈ ਹੁੰਦੀ ਹੋਈ ਨਹੀਂ, ਉੱਥੇ ਸਭ ਸੁਰਨ ਸਮਾਨ ਹੁੰਦੇ ਨੇ। ਕੋਈ ਲੋਕ ਤਿੰਨ ਦੀ ਗੱਲ ਹੈ, ਪਤਾ ਹੀ ਤਿੰਨ ਲੋਕ ਚ ਨੇ, ਚੌਥੇ ਲੋਕ ਤਾਂ ਸੁਣਨਾ ਸੁਰਨ ਸਮਾਧ ਲਗਾ ਜਾਂਦਾ, ਉਹ ਚੌਥਾ ਲੋਕ।
तीन लोग की बातें करनी है कबीर ने। जो हम पूछा भी चौथे लोग की गल क्यों नहीं करता बई, चौथे लोग कोई गल होंगी ही नहीं, करा की वो हुक्म नहीं होंगे ना हुक्म अपार। उन्हें कितने गल गुरबाणी च लिखी हुई है, पर गल बुझण दी है, ध्यान दी है। बुझण दी नहीं, ध्यान दी है, समझ आती है सारी वो गल की है। पढ़ता कौन है ध्यान ना। गुरबाणी का सब कुछ बिच ही है। शब्द ने विचार की घाट, इन अखरां में कोई गुरु खोज, अखरां की खोज ही और की है। सानू ना किसी ने दसी है, ना सानू पता अखरां की खोज होंदी की है। गल इत्थे अखर किवें खोजी दे ने, ना कोई खोजी मिलिया, ना सानू किसी ने दसिया। पढ़ी गए, असीं पढ़ी गए, जे जी अपनी बुद्धि की हो जी खोज करते रहे। सुनिया सुनाइया जो गल्लां बाहर सियां, उन्हां दे विचों बाहर निकल नहीं सके। कहीं भी गए से मतलब वेद पुराण पकारण पोथियां नाम बिना सब कूड़ गालियां अच्छियां। वो जेड़े सिमरत शास्त्रां ने अर्थ अपने हिसाब नाल बनाए हुए ने, गुरबाणी ਉਹਦੇ अर्थ ठीक करके दसदी है। उन्हीं चीज़ों ने उन्होंने बाहरले शरीर ਨੂੰ प्रधान रख के अर्थ कर ले। गल अंदरले शरीर की सी, धर्म की। धर्म की गल बाहरले शरीर की होंदी हुई नहीं। बाहरले शरीर की गल जे करनी हो डॉक्टर को होंदी है। मेरा वैद गुरु गोबिंद है ना, मेरा वैद गुरु गोबिंद है, मेरे शरीर का वैद गुरु गोबिंद नहीं, वो होर बाहर है। मेरे शरीर का वैद होर है, मेरा वैद होर है। वैद है कुल गुरु गोबिंद कितने हो? एक वैद गुरु गोबिंद है, एक कला वैद है। वैद तो है दवाइयां दिंदा बाहरले शरीर दी, ਜਿਹੜਾ वैद गुरु गोबिंद है वह दिंदा मानसिक लैवल दी दवाइयां दुइयां दिंदा, जिवें क्रोध, मोह, लोभ, हंकार, संसार रोगी नाम दारू, वो इको दवाई दिंदा। बीमारी कोई भी हो, ऐसा दारू लोड़ लो जित बंदा रोगां घाण, रोगां सारे रोगां का घाण हो जाए, इको ही दारू लोड़ लो, लभ लो। ਉਹਦੀ ਉਹ ਲੋੜ ਰੱਖੋ। ਇੱਕ दारू की लोड़ है वो लै लो, वो है नाम दारू। नाम दारू तो चलो वाहगुरू 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 तुसीं कीता, बहुत चिर कराया, किसी का रोग दूर होया। जे रोग है नहीं दूर होया, एक पुश्त, दो पुश्त, चार पुश्तां, तो बिल्कुल ही बेवकूफ है।